उन्होंने ਚੱਕ ਕੇ ਟਿਕਟ उन्होंने अवैध जी ਨੂੰ ਟਿਕਟ देता प्रधान जी ने उन्होंने ਚੱਕ ਕੇ ਆਪਦੇ एक फैक्ट्री के मुलाजम ਨੂੰ ਟਿਕਟ देता। प्रधान जी आए एक उद्योगपति ਨੂੰ ਇਹ ਕਹਿ ਕੇ ਵੀ ਇਹ ਟਿਕਟ ਕਿਸੇ ਨੂੰ ਮਰਜ਼ੀ ਦੇ ਦਿਓ। ਸਾਡੇ ਮਨ ਨੂੰ ਬੜਾ ਦੁੱਖ ਹੋਇਆ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਦੇ ਬੱਚੇ ਹਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਤੱਕੜੀ ਤੋਂ ਬਿਨਾਂ ਕਦੇ ਕੋਈ ਨਿਸ਼ਾਨ ਨਹੀਂ ਦੇਖਿਆ। ਉਹਨਾਂ ਨੇ ਉਹ ਟਿਕਟ ਬਿਨਾਂ ਕਿਸੇ ਵਰਕਰਾਂ ਨਾਲ ਰਾਏ ਮਸ਼ਵਰਾ ਕੀਤੇ ਕੋਈ ਲੋਕਤੰਤਰ ਤਰੀਕੇ ਨਾਲ ਟਿਕਟ ਨਹੀਂ ਦਿੱਤਾ। ਕਿਸੇ ਵਰਕਰਾਂ ਨੂੰ ਇਸ ਨਾਂ ਤੇ ਕਦੇ ਡਿਸਕਸ ਵੀ ਨਹੀਂ ਹੋਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਜ਼ਾਦ ਹਿਊਮਨ ਨਿਊਜ਼ ਟੀਵੀ। 2022 ਦਾ ਇਲੈਕਸ਼ਨ ਨੇੜੇ ਆਉਂਦਾ ਜਾ ਰਿਹਾ ਹੈ ਤੇ ਰਾਜਨੀਤਿਕ ਗਲਿਆਰਾ ਗਰਮਾਉਂਦਾ ਹੀ ਜਾ ਰਿਹਾ ਹੈ। ਮਲੇਰਕੋਟਲਾ ਦੇ ਵਿੱਚ ਬੀਤੇ ਦਿਨੀ ਸੁਖਬੀਰ ਬਾਦਲ ਜੀ ਨੇ ਸ਼ਿਰਕਤ ਕੀਤੀ ਅਤੇ ਯੂਨਸ ਜੀ ਨੂੰ MLA ਟਿਕਟ ਦਾ ਹੱਕਦਾਰ ਬਣਾ ਦਿੱਤਾ। ਉੱਥੇ ਹੀ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਪ੍ਰਤੀ ਰੋਸ਼ ਪਾਇਆ ਗਿਆ ਅਤੇ ਜਸਬੀਰ ਦਿਓਲ ਵੱਲੋਂ ਅਸਤੀਫੇ ਦਾ ਐਲਾਨ ਵੀ ਕਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਤੋਂ ਬਿਨਾਂ डिस्कशन कीते ही टिकट का ऐलान कर दिता। इस दे चलते साडा अपमान होया है तो असी पार्टी नूं अलविदा कहने हाँ। तुहानूं दिखावांगे अगे जसबीर दिओल जी का बयान। तो उत्थे ही यूनस जी की पहली ही प्रैस कॉन्फ्रेंस अज कैंसल कर दी गई। समूचा प्रैस अते उन्हां दे कार्यकर्ता नूं बिना गलबात तो ही वापस मुड़ना पै गया। कहा गया कि एमरजेंसी मीटिंग सुखबीर बादल जी ने चंडीगढ़ विच रखी है। उत्थे ही ओवैस जी ਅਤੇ ਯੂਨਸ ਜੀ ਨੂੰ ਜਾਣਾ ਪਿਆ ਅਤੇ ਪ੍ਰੈਸ ਤੋਂ ਮਾਫੀ ਮੰਗਦੇ ਹੋਏ ਉਹਨਾਂ ਨੇ ਅਗਲੀਆਂ ਤਰੀਕਾਂ ਤੱਕ ਪ੍ਰੈਸ ਕਾਨਫਰੰਸ ਡਿਲੇ ਕਰ ਦਿੱਤੀ। ਸਰ ਕੀ ਨਾਮ ਹੈ ਜੀ ਆਪਣਾ? ਜਸਬੀਰ ਸਿੰਘ ਜੀ। ਸਰ ਜਿਹੜੀ ਨਵੀਂ ਟਿਕਟ ਐਲਾਨ ਹੋਈ ਆ ਮਲੇਰਕੋਟਲੇ ਦੇ ਵਿੱਚ, ਉਸ ਤੋਂ ਬਾਅਦ ਹੀ ਤੁਹਾਡਾ ਅਸਤੀਫਾ ਜੋ ਨਜ਼ਰ ਆ ਰਿਹਾ ਤੁਸੀਂ ਦੇ ਰਹੇ ਹੋ, ਉਹਦਾ ਕੀ ਕਾਰਨ ਹੈ ਜੀ? ਉਹਦਾ ਕਾਰਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿਸ ਨੂੰ ਮੁਹੰਮਦ ਯੂਨਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤਾ ਹੈ, ਮੇਰਾ ਉਹਦੇ ਨਾਲ ਬਹੁਤ ਵਧੀਆ ਸੰਬੰਧ ਨੇ। ਮੇਰੀ ਕੋਈ ਪਰਸਨਲ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਦੇ ਬੱਚੇ ਹਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਤੱਕੜੀ ਤੋਂ ਬਿਨਾਂ ਕਦੇ ਕੋਈ ਨਿਸ਼ਾਨ ਨਹੀਂ ਦੇਖਿਆ। ਸਾਡੇ ਮਨ ਨੂੰ ਬੜਾ ਦੁੱਖ ਹੋਇਆ ਪ੍ਰਧਾਨ ਜੀ ਆਏ ਇੱਕ ਉਦਯੋਗਪਤੀ ਨੂੰ ਇਹ ਕਹਿ ਕੇ ਵੀ ਇਹ ਟਿਕਟ ਕਿਸੇ ਨੂੰ ਮਰਜ਼ੀ ਦੇ ਦਿਓ। ਉਹਨਾਂ ਨੇ ਉਹ ਟਿਕਟ ਬਿਨਾਂ ਕਿਸੇ ਵਰਕਰਾਂ ਨਾਲ ਰਾਏ ਮਸ਼ਵਰਾ ਕੀਤੇ ਕੋਈ ਲੋਕਤੰਤਰ ਤਰੀਕੇ ਨਾਲ ਟਿਕਟ ਨਹੀਂ ਦਿੱਤਾ। ਕਿਸੇ ਵਰਕਰਾਂ ਨੂੰ ਇਸ ਨਾਂ ਤੇ ਕਦੇ ਡਿਸਕਸ ਵੀ ਨਹੀਂ ਹੋਈ। ਉਹਨਾਂ ਨੇ ਚੱਕ ਕੇ ਟਿਕਟ ਉਹਨਾਂ ਨੇ ਅਵੈਧ ਜੀ ਨੂੰ ਟਿਕਟ ਦਿੱਤਾ ਪ੍ਰਧਾਨ ਜੀ ਨੇ ਉਹਨਾਂ ਨੇ ਚੱਕ ਕੇ ਆਪਦੇ ਇੱਕ ਫੈਕਟਰੀ ਦੇ ਮੁਲਾਜ਼ਮ ਨੂੰ ਟਿਕਟ ਦਿੱਤਾ। ਇਹ ਬਹੁਤ ਹੀ ਪਾਰਟੀ 'ਚ ਕੋਈ ਲੋਕਤੰਤਰ ਵਾਲੀ ਗੱਲ ਨਹੀਂ। ਬੜੀ ਲੋਕਾਂ 'ਚ ਨਿਰਾਸ਼ਤਾ ਪਾਈ ਜਾਂਦੀ ਹੈ। ਜਿੱਥੇ ਪਾਰਟੀ ਦਾ ਟਿਕਟ ਦੇਣ ਦਾ ਮੈਥਡ ਗਲਤ ਹੈ ਉੱਥੇ ਜਿਹੜੇ ਸਾਡੇ 25 30 ਸਾਲ ਤੋਂ MC ਬਣੇ ਆਉਂਦੇ ਨੇ, ਸਾਬਕਾ ਕੈਬਨਿਟ ਮੰਤਰੀ ਵੀ ਨੇ, ਹੋਰ ਵੀ ਸਾਡੇ ਵਰਕਰ ਨੇ, ਪ੍ਰਧਾਨ ਰਹੇ ਨੇ ਮਿਊਨਿਸਪੈਲਿਟੀਆਂ ਦੇ, ਬੜੇ ਯੋਗ ਉਮੀਦਵਾਰ ਨੇ, ਉਹਨਾਂ ਦੇ ਨਾਂ ਤੇ ਤਾਂ ਵਿਚਾਰ ਹੀ ਨਹੀਂ ਕੀਤਾ ਗਿਆ। ਪਾਰਟੀ 'ਚ ਸਿਰ ਤੋੜ ਮਿਹਨਤ ਵਰਕਰ ਕਿਉਂ ਕਰੂਗਾ ਜੇ ਇਦਾਂ ਹੀ ਉਦਯੋਗਪਤੀਆਂ ਨੂੰ ਪਾਰਟੀਆਂ ਟਿਕਟਾਂ ਦਿੰਦੀਆਂ ਨੇ। ਮੈਂ ਤਾਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ। ਮੇਰਾ ਬਹੁਤ ਭਰੇ ਮਨ ਨਾਲ ਦੁਖੀ ਮਨ ਨਾਲ ਮੈਂ ਇਸ ਸਿਆਸਤ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਸਰਗਰਮ ਸਿਆਸਤ ਤੋਂ ਵੀ ਸੰਨਿਆਸ ਲੈਣ ਦਾ ਪ੍ਰਣ ਲੈ ਲਿਆ ਕਿਉਂਕਿ ਮੈਂ ਤਾਂ ਇੱਕ ਸੇਵਾ ਕਰਨ ਆਇਆ ਸੀ ਪੋਲੀਟਿਕਸ 'ਚ। ਪਰ ਮੈਂ ਦੇਖਿਆ ਸੇਵਾ ਤਾਂ ਅੱਜ ਤਾਂ ਰਾਜਨੀਤੀ ਤੇ ਵਪਾਰ ਹੋਇਆ ਪਿਆ। ਬੜੇ ਬੜੇ ਉਦਯੋਗਿਕ ਘਰਾਣਿਆਂ ਨੂੰ ਟਿਕਟ ਦੇ ਜਾਣਾ, ਕਿਸੇ ਵਰਕਰਾਂ ਦਾ ਕੱਟ ਨਹੀਂ, ਕੋਈ ਰਹਿ ਨਹੀਂ ਵੀ ਤੁਸੀਂ ਕਿਸੇ ਨੂੰ ਮਰਜ਼ੀ ਚੱਕ ਕੇ ਟਿਕਟ ਦੇ ਦਿਓ। ਮੈਨੂੰ ਇਹ ਫੈਸਲਾ ਪਾਰਟੀ ਦਾ ਠੀਕ ਨਹੀਂ ਲੱਗਿਆ। ਰੋਸ ਵਜੋਂ ਮੈਂ ਬੜੇ ਭਾਰੀ ਮਨ ਨਾਲ, ਬੜੇ ਦੁਖੀ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਅਸਤੀਫਾ ਦਿੰਦਾ ਤੇ ਰਾਜਨੀਤੀ ਤੋਂ ਵੀ ਸੰਨਿਆਸ ਲੈਣਾ। ਮੈਨੂੰ ਇਹ ਸੇਵਾ ਦਾ ਮਾਰਗ ਚੰਗਾ ਨਹੀਂ ਲੱਗਿਆ। ਇਹ ਸੇਵਾ ਨਹੀਂ, ਇੱਕ ਤਰ੍ਹਾਂ ਦਾ ਵਪਾਰ ਹੋ ਗਿਆ। ਸਾਡੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਇੱਕ ਬਹੁਤ। ਤੁਸੀਂ 2.5-3 ਸਾਲ ਜਿਹੜੇ ਹੈਗੇ ਨੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵੀ ਹੋ, ਤੁਸੀਂ ਬਹੁਤ ਵਧੀਆ ਢੰਗ ਨਾਲ ਸੇਵਾ ਕੀਤੀ ਆ। ਛੋਟੇ ਵਾਂਗੂ ਜੁਝਾਰੂ ਜਥੇਦਾਰ ਹੋਰ ਬਹੁਤ ਹੈਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਕਿ ਉਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਨਹੀਂ ਗਿਆ ਜਾਂ ਫੋਨ ਕਰਕੇ ਕਿਸੇ ਤੋਂ ਕੋਈ ਮੁਹੰਮਦ ਯੂਨਸ ਦੇ ਨਾਂ ਤੇ ਈਵਨ ਇੱਕ ਵੀ ਬੰਦੇ ਨਾਲ ਡਿਸਕਸ ਨਹੀਂ ਕੀਤੀ ਗਈ। ਤੜਕੇ ਦੇ ਮੈਨੂੰ ਹਲਕੇ ਚੋਂ ਘੱਟੋ ਘੱਟ 50 ਬੰਦਿਆਂ ਦੇ ਫੋਨ ਆਏ ਨੇ। ਸਾਰੇ ਬੰਦਿਆਂ ਨੇ ਇਹੀ ਕਿਹਾ ਵੀ ਚਲੋ ਅਵੈਧ ਜੀ ਨੇ ਪਿਛਲੀ ਵਾਰੀ ਇਲੈਕਸ਼ਨ ਲੜੀ ਸੀ, ਅਵੈਧ ਜੀ ਨੂੰ ਦੇ ਦਿੰਦੇ। ਐਦਾਂ ਬਗੈਰ ਕਿਸੇ ਇੱਕ ਅਣਜਾਣ ਬੰਦੇ ਨੂੰ ਜਿਹਦਾ ਕੋਈ ਮੈਨੂੰ ਤਾਂ ਨਹੀਂ ਲੱਗਦਾ ਅਕਾਲੀ ਪਿਛੋਕੜਾ। ਅਸੀਂ ਬਹੁਤ ਚਿਰ ਦੇ ਮਿਲੇ, ਘੱਟੋ ਘੱਟ 20 ਸਾਲ ਦੇ ਕਿੰਨੀਆਂ ਇਲੈਕਸ਼ਨਾਂ ਅਸੀਂ ਲੜੀਆਂ। ਢੀਂਡਸਾ ਸਾਹਿਬ ਦੀਆਂ MP ਦੀਆਂ ਵੀ ਲੜੀਆਂ, ਵਿਧਾਨ ਸਭਾ ਦੀਆਂ ਵੀ ਲੜੀਆਂ। ਅਸੀਂ ਤਾਂ ਕਦੇ ਯੂਨਸ ਦੀ ਹਾਜ਼ਰੀ ਅਕਾਲੀ ਦਲ ਦੇ ਕਿਤੇ ਦੇਖੀ। ਸਰ ਤੁਹਾਡਾ ਅਸਤੀਫਾ ਜਿਹੜਾ ਮਨਜ਼ੂਰ ਹੋ ਗਿਆ ਹੈ? ਅਸਤੀਫਾ ਤਾਂ ਸਾਡਾ ਕਾਹਦਾ ਮਨਜ਼ੂਰ ਹੋਣਾ ਜੀ, ਅਸਤੀਫਾ ਹੀ ਹੈ। ਅਸੀਂ ਤਾਂ ਆਪਣੇ ਸਿਆਸਤ ਤੋਂ ਸੰਨਿਆਸ ਲਿਆ।
ਜਿਵੇਂ ਸ਼ਹਿਰ ਦੇ ਵਿੱਚ ਸਾਬਕਾ ਮੰਤਰੀ ਮਿਸਟਰ ਤਕਰਾਮ ਜੀ ਬੈਠੇ ਨੇ ਜਾਂ ਹੋਰ ਕਾਫੀ ਲੀਡਰ ਵਧੀਆ ਹੈਗੇ ਨੇ, ਉਹਨਾਂ ਨਾਲ ਵੀ ਕੋਈ ਸਲਾਹ ਮਸ਼ਵਰਾ ਕੀਤਾ ਹੈ? ਕਿਸੇ ਪ੍ਰਕਾਰ ਦਾ ਸਾਨੂੰ ਤਾਂ ਸਲਾਹ ਮਸ਼ਵਰਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਗ੍ਰਾਮ ਖਾਨ ਜੀ ਕੈਬਨਿਟ ਮੰਤਰੀ ਰਹੇ ਨੇ। ਸਾਡੇ ਸਾਕਬ ਅਲੀ ਰਾਜਾ ਜੀ ਨੇ ਜਿਹੜੇ 2 ਸੀਟਾਂ ਤੋਂ MC ਬਣੇ ਨੇ, ਹੋਰ ਵੀ ਬੜੇ ਵਰਕਰ ਨੇ। ਕਿਉਂਕਿ ਮੇਰਾ ਤਾਂ ਇਸ ਸੀਟ ਤੇ ਹਮੇਸ਼ਾ ਪਾਰਟੀ ਮੁਸਲਿਮ ਵਰਗ ਦੇ ਭਾਈਚਾਰੇ ਚੋਂ ਸੀਟ ਦਿੰਦੀ ਹੈ। ਮੇਰਾ ਤਾਂ ਕੋਈ ਦਾਅਵੇਦਾਰੀ ਨਹੀਂ, ਮੇਰਾ ਕੋਈ ਇਸ ਤਰ੍ਹਾਂ ਦਾ ਰੋਸ ਨਹੀਂ ਵੀ ਸਾਨੂੰ ਨਹੀਂ ਟਿਕਟ ਦਿੱਤਾ ਜਾਂ ਕੋਈ ਹੋਰ, ਮੇਰੀ ਉਹਦਾ ਨਾਲ ਕੋਈ ਨਿੱਜੀ ਕੋਈ ਪ੍ਰੋਬਲਮ ਨਹੀਂ, ਪਰ ਪਾਰਟੀ ਦੇ ਮੈਥਡ ਤੋਂ ਮੈਂ ਖੁਸ਼ ਨਹੀਂ। ਜਿਹੜਾ ਇਹ ਪਾਰਟੀ ਟਿਕਟ ਦਿੱਤਾ, ਫਿਰ ਤੁਹਾਡੇ ਕਹਿਣ ਦੇ ਬਾਵਜੂਦ ਜਿਵੇਂ ਸਾਰੇ ਲੀਡਰ ਨਾਰਾਜ਼ ਨੇ, ਜਿਹੜੇ ਬੰਦੇ ਟਿਕਟ ਦਿੱਤੀ ਗਿਆ ਉਹਦੀ ਜਿਹੜੀ ਹੈਗਾ ਚੋਣਾਂ ਦੇ ਉੱਪਰ ਵੀ ਬਹੁਤ ਵੱਡਾ ਪ੍ਰਭਾਵ ਹੋਊਗਾ ਜੀ। ਬੜਾ ਕਿੰਤੂ ਪਰੰਤੂ ਪਿੰਡਾਂ 'ਚ ਹੋ ਰਿਹਾ। ਦੇਖੋ ਕੁਝ ਲੋਕਾਂ ਦੇ, ਮੈਨੂੰ ਤਾਂ ਨਹੀਂ ਕਿਸੇ ਅਹੁਦੇ ਦੀ ਲਾਲਸਾ, ਕੁਝ ਲੋਕਾਂ ਨੂੰ, ਲੀਡਰਾਂ ਨੂੰ ਜਾਂ ਵਰਕਰਾਂ ਨੂੰ ਹੋ ਸਕਦਾ ਨਾ ਬੋਲਣ ਓਪਨਲੀ, ਉਹਨਾਂ ਨੂੰ ਕਿਸੇ ਨੂੰ ਅਹੁਦਿਆਂ ਦੀ ਲਾਲਸਾ ਹੁੰਦੀ ਹੈ ਸਿਆਸੀ ਬੰਦਿਆਂ ਨੂੰ, ਪਰ ਅਸੀਂ ਤਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕੀਤਾ, ਪਾਰਟੀ ਦੀ ਭਲਾਈ ਲਈ ਹੈ। ਅਸੀਂ ਕਹਿੰਦੇ ਹਾਂ ਵੀ ਇਹ ਟਿਕਟ ਦੀ ਚੋਣ ਹੈ ਜਿਹੜੀ ਬਿਲਕੁਲ ਲੋਕਤੰਤਰ ਤਰੀਕੇ ਨਾਲ ਨਹੀਂ ਠੀਕ ਨਹੀਂ। ਸਾਡੇ ਚੈਨਲ ਦੇ ਮਾਧਿਅਮ ਨਾਲ ਹਾਈ ਕਮਾਂਡ ਅਕਾਲੀ ਦਲ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸਾਂ ਅਕਾਲੀ ਦਲ ਨੂੰ ਬੇਨਤੀ ਕਰਾਂਗੇ ਵੀ ਤੁਹਾਨੂੰ ਇਸ ਟਿਕਟ ਤੇ ਪੂਰਨ ਦੁਬਾਰੇ ਵਿਚਾਰ ਕਰਕੇ ਯੋਗ ਵਰਕਰ ਨੂੰ ਟਿਕਟ ਦੇਣੀ ਚਾਹੀਦੀ। ਅਗਰ ਉਹਨਾਂ ਨੇ ਪੂਰਨ ਦੁਬਾਰਾ ਵਿਚਾਰ ਕੀਤਾ ਤਾਂ ਕੀ ਤੁਹਾਡਾ ਦੁਬਾਰਾ ਲੋਟਣ ਦੀ ਕੋਈ ਸੰਭਾਵਨਾ ਹੈਗੀ ਹੈ ਪਾਰਟੀ 'ਚ? ਜੇ ਪਾਰਟੀ ਜੇ ਆਪਣੀਆਂ ਪਾਲਿਸੀਜ਼ ਨੂੰ ਠੀਕ ਕਰ ਲੂਗੀ, ਲੌਟਣ ਨੂੰ ਸਾਡਾ ਪਾਰਟੀ ਨਾਲ ਕੋਈ ਨਿੱਜੀ ਤਾਂ ਕੋਈ ਰੋਸਾ ਨਹੀਂ। ਅਸੀਂ ਤਾਂ ਪਾਰਟੀ ਦੇ ਸਿਧਾਂਤਾਂ ਦੇ ਟਿਕਟ ਦੇਣ ਦੇ ਮੈਥਡ ਤੇ ਨਿਰਾਸ਼। ਅਗਰ ਕੋਈ ਹੋਰ ਪਾਰਟੀ ਤੁਹਾਨੂੰ ਆਮੰਤਰਿਤ ਕਰੇ ਤਾਂ ਤੁਹਾਡਾ ਕੀ ਵਿਚਾਰ? ਬਿਲਕੁਲ ਨਹੀਂ, ਮੇਰਾ ਕਿਸੇ ਪਾਰਟੀ ਜਾਣ ਦਾ ਫਿਲਹਾਲ ਮੇਰਾ ਕਿਸੇ ਵੀ ਪਾਰਟੀ ਜਾਣ ਦਾ ਕੋਈ ਇਰਾਦਾ ਨਹੀਂ। ਮੈਂ ਤਾਂ ਸਿਆਸਤ ਤੋਂ ਸੰਨਿਆਸ ਲੈ ਕੇ ਆਪਦਾ ਕਾਰੋਬਾਰ ਕਰਦਾ। ਸਰਕਮਸਟੈਂਸਿਸ ਅਕਸਰ ਦੇਖਣੇ ਪੈਂਦੇ ਨੇ, ਸਾਨੂੰ ਤਾਂ ਕਦੇ ਦੇਖਣਾ ਪੈਂਦਾ ਹੈ ਇਸ ਤਰ੍ਹਾਂ ਦੀਆਂ। ਰਾਜ ਸਿੰਘ ਗੁਰਮਾ ਜੀ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ, ਪਿਤਾ ਸਮਾਨ ਬੈਠੇ ਸਾਹਮਣੇ ਅਤੇ ਬਾਸਪਾ ਦੇ ਆਗੂ ਸਾਹਿਬਾਨ, ਸਾਰਿਆਂ ਨੂੰ, ਜਿੰਨੇ ਵੀ ਆਪਣੇ ਮੀਟਿੰਗ ਦੇ ਵਿੱਚ ਪੱਤਰਕਾਰ ਸਾਹਿਬ ਪਹੁੰਚੇ ਨੇ, ਸਾਰਿਆਂ ਨੂੰ ਅੱਜ ਦੀ ਮੀਟਿੰਗ ਦੇ ਵਿੱਚ ਮੈਂ ਆਪਣੇ ਵੱਲੋਂ ਸ੍ਰੀ ਰਾਮ ਸਿੰਘ ਐਣੋ, ਉਹਨਾਂ ਵੱਲੋਂ ਤਰੋਜਨ ਸਿੰਘ ਪ੍ਰਧਾਨ ਜੀ ਵੱਲੋਂ, ਗੁਰਮੇਲ ਸਿੰਘ ਨੌਤਰਾਣੀ ਵੱਲੋਂ, ਸਾਰੇ ਜਥੇਦਾਰਾਂ ਵੱਲੋਂ ਵਧਾਈ ਦਿੰਦਾ ਮੈਂ ਜੋ ਅੱਜ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਅਸਲਾਮ ਵਾਲੇਕੁਮ। ਸਾਥੀਓ, ਸਭ ਤੋਂ ਪਹਿਲਾਂ ਮੁਹੰਮਦ ਯੂਨਸ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੂੰ ਟਿਕਟ ਮਲੇਰਕੋਟਲੇ ਦੀ ਅਨਾਉਂਸ ਹੋਈ ਹੈ, ਅਤੇ ਸੁਖਬੀਰ ਬਾਦਲ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਇਹ ਮਾਣ ਬਖਸ਼ਿਆ। ਸਾਥੀਓ, ਹੁਣ ਇਲੈਕਸ਼ਨ ਦਾ ਸਮਾਂ ਆ ਗਿਆ। ਆਪਾਂ ਨੇ ਇੱਕ ਹੋ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਘਰ ਘਰ ਜਾ ਕੇ ਆਪਾਂ ਮਤਲਬ ਵੋਟ ਅਕਾਲੀ ਦਲ ਦੇ ਕੈਂਡੀਡੇਟ ਆਪਣੇ ਯੂਨਸ ਜੀ ਨੂੰ ਪਵਾਉਣੀ ਹੈ ਆਪਾਂ ਨੇ। ਮੈਂ ਆਪਣੇ BSP ਦੀ ਲੀਡਰਸ਼ਿਪ ਨੂੰ ਮੈਂ ਅਪੀਲ ਕਰਦਾ ਕਿ ਦਿਨ ਰਾਤ ਇੱਕ ਕਰਕੇ ਆਪਾਂ ਆਪਣੇ ਕੈਂਡੀਡੇਟ ਨੂੰ ਜਿਤਾ ਕੇ ਆਪਾਂ ਇਸ ਵਾਰ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣੀ ਹੈ। ਸਰਕਾਰ ਬਣਾ ਕੇ ਫਿਰ ਅਸੀਂ ਦੱਸਾਂਗੇ ਇਹਨਾਂ ਨੂੰ, ਜਿਹੜੇ ਇੱਥੇ ਆਪਣੇ ਮਲੇਰਕੋਟਲੇ ਦੀ ਸਾਡੀ ਮੈਡਮ ਆ, ਕਿ ਕੰਮ ਇਸ ਤਰ੍ਹਾਂ ਹੁੰਦਾ। 5 ਸਾਲ ਹੋਣ ਲੱਗੇ ਨੇ, ਸ਼ਹਿਰ ਦਾ ਬੁਰਾ ਹਾਲ ਕੀਤਾ ਪਿਆ, ਘਰਾਂ 'ਚ ਬੈਠੀ ਆ, ਅੱਜ ਤੱਕ ਨਿਕਲੀ ਨਹੀਂ। ਇਹ ਉਹਨੂੰ ਆਪਾਂ ਦਿਖਾਉਣਾ ਕਿ ਇਸ ਤਰ੍ਹਾਂ ਕੰਮ ਹੁੰਦੇ ਨੇ। ਮੇਰੇ ਵੀਰੋ, ਸਾਰੇ ਇਕੱਠੇ ਹੋ ਕੇ ਆਪਾਂ ਹਮਲਾ ਮਾਰਨਾ, ਇਹ ਆਪਾਂ ਨੇ ਆਪਣੀ ਸਰਕਾਰ ਬਣਾਉਣੀ ਆ। ਬਾਕੀ ਮੈਂ ਸਾਰੇ ਆਏ ਹੋਏ ਵੀਰਾਂ ਦਾ ਵੈਲਕਮ ਕਰਦਾ ਅਤੇ ਧੰਨਵਾਦ ਕਰਦਾ ਕਿ ਜਦੋਂ ਅਗਲੀ ਮੀਟਿੰਗ ਹੋਏਗੀ ਆਪਾਂ ਸਾਰਿਆਂ ਵੱਧ ਚੜ੍ਹ ਕੇ ਹਿੱਸਾ ਲੈਣਾ। ਬਸ ਹੁਣ ਤੋਂ ਅੱਜ ਤੋਂ ਨਿਕਲ ਜਾਓ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਘਰ ਘਰ ਜਾ ਕੇ ਬਸਪਾ ਅਕਾਲੀ ਦਲ ਦੀ ਬਾਰੇ ਆਪਾਂ ਦੱਸਣਾ, ਉਹਨਾਂ ਨੂੰ ਵੋਟ ਵੱਧ ਤੋਂ ਵੱਧ ਆਪਾਂ ਇੱਧਰ ਪਾਉਣੀ ਆ। ਸਾਡੇ ਹਾਈ ਕਮਾਂਡ ਦਾ ਵੀ ਹੁਕਮ ਆ ਕਿ ਜਿੱਥੇ ਵੀ ਮਤਲਬ ਕੈਂਡੀਡੇਟ ਬਸਪਾ ਦਾ ਤਾਂ ਉੱਥੇ ਬਸਪਾ ਨੂੰ, ਜਿੱਥੇ ਅਕਾਲੀ ਦਲ ਦਾ, ਤੇ ਮਤਲਬ ਤਨਦੇਹੀ ਨਾਲ ਮਤਲਬ ਵੋਟ ਪਵਾਉਣੀ ਆ ਆਪਾਂ ਪੂਰੇ ਜ਼ੋਰ ਸ਼ੋਰ ਨਾਲ। ਇੰਨਾ ਕਹਿੰਦਾ ਹੋਇਆ ਜਲਨਾ। ਜੈ ਭੀਮ, ਜੈ ਭਾਰਤ, ਅਸਲਾਮ ਵਾਲੇਕਮ, ਧੰਨਵਾਦ। ਪ੍ਰਿੰਸੀਪਲ ਮੁਖਤਿਆਰ ਸਿੰਘ ਜੀ, ਜੋ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕਿਲੇ ਦਾ ਜੋ ਸਰਕਾਰੀ ਪ੍ਰਾਇਮਰੀ ਸਕੂਲ ਹੈ
ਇਹਨਾਂ ਨੇ ਕਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿੱਚ ਸਮਾਰਟ ਸਕੂਲ ਉਸ ਨੂੰ ਬਣਾਇਆ ਸੀ ਔਰ ਸੇਵਾ ਮੁਕਤ ਹੋ ਗਿਆ ਨਾ ਆਪਣੀ ਸਰਵਿਸ ਤੋਂ। ਉਸ ਤੋਂ ਬਾਅਦ